हाँ जी, स्वागत करते हैं स्टडी फाइटर्स ते टारगेट पीएसटेट पोलीटिकल दियां ਆਪਾਂ ਨੇ ਬਹੁਤ ਸਾਰੀਆਂ ਕਲਾਸਾਂ ਨੇ ਜਿਹੜੀਆਂ ਉਹ ਲਗਾ ਲਈਆਂ ਤੇ ਕੁਝ ਕੁ ਰਹਿ ਗਈਆਂ। ਇਹਦੇ ਵਿੱਚੋਂ ਆਪਾਂ ਟੌਪਿਕ ਪਾਰਲੀਮੈਂਟ ਕਰ ਰਹੇ ਸੀ। ਪਾਰਲੀਮੈਂਟ ਦਾ ਜਿਹੜਾ 1 ਪਾਰਟ ਹੈ ਉਹ ਆਪਾਂ ਨੇ ਕੰਪਲੀਟ ਕਰ ਲਿਆ ਸੀਗਾ। ਤਾਂ ਆਪਾਂ ਪਾਰਟ 2 ਹੈ ਜਿਹੜਾ ਉਹ ਅੱਜ ਦੀ ਕਲਾਸ ਦੇ ਵਿੱਚ ਕਰਾਂਗੇ। ਕਲਾਸ ਹੈ ਜਿਹੜੀ ਉਹ ਜ਼ਿਆਦਾ ਵੱਡੀ ਹੋ ਜਾਂਦੀ, ਇਸ ਕਾਰਨ ਅਸੀਂ ਨੇ ਪਾਰਟ 1 ਤੇ 2 ਕਰ ਲਿਆ। ਤਾਂ ਹੁਣ ਆਪਾਂ ਨੇ ਅੱਗੇ ਦੇਖਣਾ ਹੈਗਾ ਨੈਕਸਟ ਪਾर्ट। ਇਹ ਤੋਂ ਪਹਿਲਾਂ ਆਪਾਂ ਨੇ ਸੰਸਦ ਬਾਰੇ ਪੜ੍ਹ ਲਿਆ ਸੀ, ਲੋਕ ਸਭਾ ਰਾਜ ਸਭਾ ਦੇ ਬਾਰੇ ਆਪਾਂ ਨੇ ਡਿਟੇਲ ਦੇ ਵਿੱਚ ਪੜ੍ਹ ਲਿਆ। ਜੋ ਕੁਐਸਚਨ ਹੈ ਜਿਹੜਾ ਉਹ ਬਣ ਸਕਦਾ ਆਪਾਂ ਉਹ ਕਰ ਲਵਾਂਗੇ। ਤੇ ਉਸ ਤੋਂ ਬਾਅਦ ਅੱਗੇ ਆਪਾਂ ਨੇ ਸੰਸਦ ਬਾਰੇ ਡਿਟੇਲ ਦੇ ਵਿੱਚ ਦੇਖ ਲਿਆ ਤੇ ਸੰਸਦੀ ਪ੍ਰਣਾਲੀ ਬਾਰੇ ਵੀ ਆਪਾਂ ਨੇ ਪੜ੍ਹ ਲਿਆ ਸੀ। ਤੇ ਹੁਣ ਆਪਾਂ ਰਾਸ਼ਟਰਪਤੀ ਬਾਰੇ ਇਹਨਾਂ ਬਾਰੇ ਆਪਾਂ ਨੇ ਦੇਖਣਾ ਹੈਗਾ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੀ ਭੂਮਿਕਾ ਬਾਰੇ ਪੜ੍ਹਨਾ ਹੈਗਾ। ਇਹ ਤਿੰਨੋਂ ਟੌਪਿਕ ਨੇ ਜਿਹੜੇ ਉਹ ਕਲੀਅਰ ਕਰਨੇ ਨੇਗੇ। ਤਾਂ ਸਭ ਤੋਂ ਪਹਿਲਾ ਟੌਪਿਕ ਹੈ ਜਿਹੜਾ ਉਹ ਰਾਸ਼ਟਰਪਤੀ ਬਣਦਾ। ਰਾਸ਼ਟਰਪਤੀ ਦੇ ਬਾਰੇ ਆਪਾਂ ਨੇ ਡਿਟੇਲ ਦੇ ਵਿੱਚ ਦੇਖਣਾ ਹੈ। ਜਿੱਥੋਂ ਆਰਟੀਕਲ ਦੇ ਵਿੱਚ ਲੱਗਦਾ ਆਪਾਂ ਨੂੰ ਵੀ ਕੁਐਸਚਨ ਪੁੱਛਿਆ ਜਾ ਸਕਦਾ, ਉਹ ਸਾਰੇ ਤੁਹਾਡੇ ਸਾਹਮਣੇ ਨੇ। ਇਹਨਾਂ ਨੂੰ ਤੇ ਤੁਸੀਂ ਨੇ ਧਿਆਨ ਦੇ ਨਾਲ ਸਮਝਣਾ ਤੇ ਯਾਦ ਕਰਨਾ ਹੈਗਾ। ਤਾਂ ਦੇਖੋ ਸਭ ਤੋਂ ਪਹਿਲਾਂ ਹੈਗਾ ਆਰਟੀਕਲ 52 ਦੇ ਵਿੱਚ ਕੀ ਹੈ, ਭਾਰਤ ਦਾ ਇੱਕ ਰਾਸ਼ਟਰਪਤੀ ਹੋਊਗਾ। ਤੇ 53 ਦੇ ਵਿੱਚ ਇਸ ਦੀ ਜਿਹੜੀਆਂ ਸ਼ਕਤੀਆਂ ਨੇ ਉਹ ਦੱਸੀਆਂ ਗਈਆਂ ਨੇ। ਤੇ 54 ਦੇ ਵਿੱਚ ਇਹਦੀ ਚੋਣ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਚੋਣ ਕਿਹਦੀ ਕਰਦੇ, ਮਤਲਬ MLA ਤੇ MP ਦੇ ਜਿਹੜੇ ਮੈਂਬਰ ਹੁੰਦੇ ਨੇ, ਮੈਂਬਰ ਆਫ ਪਾਰਲੀਮੈਂਟ ਕਹਿ ਸਕਦੇ ਆ। ਪਾਰਲੀਮੈਂਟ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਵਾਲੇ ਸਾਰੇ MP ਹੁੰਦੇ ਨੇ, ਉਹ ਇਹਦੀ ਚੋਣ ਕਰਦੇ ਨੇ ਜਿਹੜੇ ਕਿ ਚੁਣੇ ਜਾਂਦੇ ਨੇ। ਤਾਂ ਇਹਦੇ ਵਿੱਚ ਇੱਥੇ ਇੱਕ ਗੱਲ ਕਲੀਅਰ ਕਰਨੀ ਕਿ ਰਾਸ਼ਟਰਪਤੀ ਦੀ ਚੋਣ ਕੌਣ ਕਰਦਾ ਹੈ। ਤਾਂ ਇਹਦੇ ਵਿੱਚ ਕੌਣ ਹੁੰਦੇ ਨੇ, MLA ਤੇ MP ਹੁੰਦੇ ਨੇ। ਸੰਸਦ ਦੇ ਚੁਣੇ ਹੋਏ ਮੈਂਬਰ, ਸੰਸਦ ਦੇ ਚੁਣੇ ਹੋਏ ਮੈਂਬਰ ਮਤਲਬ ਕਿ ਇਹਦੇ ਵਿੱਚ 12 ਮੈਂਬਰ ਜਿਹੜੇ ਰਾਸ਼ਟਰਪਤੀ ਚੁਣਦਾ ਉਹ ਪਾਰਟਿਸਿਪੇਟ ਨਹੀਂ ਕਰਦੇ। ਸਿਰਫ ਜਿਹੜੇ ਲੋਕਾਂ ਦੁਆਰਾ ਚੁਣੇ ਹੁੰਦੇ ਨੇ ਉਹ ਹੀ ਪਾਰਟਿਸਿਪੇਟ ਕਰਦੇ ਨੇ ਇਹਦੇ ਵਿੱਚ। ਤੇ ਉਸ ਤੋਂ ਬਾਅਦ 55 ਦੇ ਵਿੱਚ ਚੋਣ ਵਿਧੀ ਦਾ ਮਤਲਬ ਕੀ ਹੈ ਕਿ ਸਾਡਾ ਜਿਹੜਾ ਰਾਸ਼ਟਰਪਤੀ ਆ ਉਹ ਵੰਸ਼ਕ ਨਹੀਂ, ਕੀ ਇਹ ਲੋਕਾਂ ਦੁਆਰਾ ਚੁਣਿਆ ਜਾਂਦਾ, ਵੰਸ਼ਕ ਨਹੀਂ। ਇਹਦੀ ਵਿਧੀ ਹੈ ਜਿਹੜੀ ਇਹ ਹੈ ਸਿੰਗਲ ਟ੍ਰਾਂਸਫੇਰੇਬਲ ਵੋਟ। ਤੇ ਉਸ ਤੋਂ ਬਾਅਦ ਅੱਗੇ ਹੈਗਾ ਆਰਟੀਕਲ 56 ਦੇ ਵਿੱਚ ਕੀ ਹੈ, ਕਾਰਜਕਾਲ 5 ਸਾਲ ਕਾਰਜਕਾਲ ਹੈ। 57 ਦੇ ਵਿੱਚ ਪੁਨਰ ਨਿਯੁਕਤੀ, ਹੁਣ ਜਦੋਂ 5 ਸਾਲ ਪੂਰੇ ਹੋ ਗਏ ਤਾਂ ਉਹ ਦੁਬਾਰੇ ਵੀ ਇਲੈਕਸ਼ਨ ਲੜ ਸਕਦਾ 57 ਆਰਟੀਕਲ ਦੇ ਵਿੱਚ। ਤੇ ਉਸ ਤੋਂ ਬਾਅਦ 58 ਦੇ ਵਿੱਚ ਇਹਦੀਆਂ ਯੋਗਤਾਵਾਂ ਨੇ। ਤੇ 59 ਦੇ ਵਿੱਚ ਨਿਆਇਕ ਸ਼ਰਤਾਂ ਨੇ ਕੁਝ ਇਹਦੀਆਂ। ਤੇ 60 ਦੇ ਵਿੱਚ ਇਹ ਕੀ ਹੈ, ਸਹੁੰ ਚੁੱਕਦਾ ਓਥ। 61 ਦੇ ਵਿੱਚ ਕੀ ਹੁੰਦਾ, ਮਹਾਦੋਸ਼ ਇੰਪੀਚਮੈਂਟ ਲੱਗਦੀ ਹੈ। ਤੇ ਕਿਸੇ ਵੀ ਸਦਨ ਦੇ ਮਤਲਬ ਕੀ ਨੇ, ਕੁੱਲ ਮੈਂਬਰਾਂ ਦੀ ਗਿਣਤੀ ਜਿਹੜੀ ਉਹ 1/4 ਹੋਣੀ ਚਾਹੀਦੀ ਹੈ ਜਿੱਥੋਂ ਇਹ ਮਤਾ ਪਾਸ ਹੋ ਰਿਹਾ ਹੈਗਾ ਜਿਹੜੇ ਵੀ ਸਦਨ ਦੇ ਵਿੱਚ। ਤੇ ਉਸ ਤੋਂ ਬਾਅਦ ਅੱਗੇ 14 ਦਿਨ ਪਹਿਲਾਂ ਇਹਨੂੰ ਸੂਚਨਾ ਦਿੱਤੀ ਜਾਂਦੀ ਹੈ ਇਸ ਪ੍ਰਸਤਾਵ ਬਾਰੇ। ਇੰਪੀਚਮੈਂਟ ਲਾਉਣ ਤੋਂ ਪਹਿਲਾਂ 14 ਦਿਨ ਪਹਿਲਾਂ ਇਹ ਕੀ ਹੈ, ਅਧਿਅਕਸ਼ ਨੂੰ ਸੂਚਨਾ ਦੇਣੀ ਜ਼ਰੂਰੀ ਬਣਦੀ ਹੈ। ਤੇ ਉਸ ਤੋਂ ਬਾਅਦ ਇਹ ਬਿੱਲ ਹੈ ਜਿਹੜਾ ਉਹ ਬਹੁਮਤ ਦੇ ਨਾਲ 2/3 ਦੇ ਨਾਲ ਦੋਨਾਂ ਸਦਨਾਂ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੈ। ਇੱਥੇ ਕਨਫਿਊਜ਼ ਹੋਣ ਦੀ ਲੋੜ ਨਹੀਂ। ਦੇਖੋ ਕਿਸੇ ਵੀ ਸਦਨ, ਕਿਸੇ ਵੀ ਮਤਲਬ ਜਾਂ ਤਾਂ ਉਹ ਰਾਜ ਸਭਾ ਹੋਵੇ ਜਾਂ ਫਿਰ ਉਹ ਲੋਕ ਸਭਾ ਹੋਵੇ, ਦੋਨਾਂ ਦੇ ਵਿੱਚ ਜੇਕਰ ਇਹਦੇ ਵਿੱਚ ਸ਼ੁਰੂ ਹੋ ਰਹੇ ਤਾਂ ਵੀ 1/4 ਮੈਂਬਰ, ਜਿਹਦੇ ਵਿੱਚ ਸ਼ੁਰੂ ਹੋ ਰਹੇ ਤਾਂ ਵੀ 1/4 ਮੈਂਬਰ ਨੇ ਜਿਹੜੇ ਉਹ ਉਹਨਾਂ ਦੇ ਸਾਈਨ ਹੋ ਰਹੇ ਜ਼ਰੂਰੀ ਨੇ ਜੇਕਰ ਉਹ ਇੰਪੀਚਮੈਂਟ ਲਾ ਰਹੇ ਨੇ ਰਾਸ਼ਟਰਪਤੀ ਤੇ। ਤਾਂ ਇੱਥੋਂ ਇਹ ਮਾਮਲਾ ਜਿਹੜਾ ਉਹ ਸ਼ੁਰੂ ਹੁੰਦਾ ਸਾਈਨ ਨਾਲ। ਜਿਹੜੀ ਰਾਜ ਸਭਾ ਦੇ ਵਿੱਚ ਹੋਊਗਾ ਤਾਂ ਵੀ 1/4 ਚਾਹੀਦੇ ਨੇ, ਲੋਕ ਸਭਾ ਦੇ ਵਿੱਚ ਹੁੰਦੇ ਤਾਂ ਵੀ 1/4 ਚਾਹੀਦੇ ਨੇ। ਉਹ ਮੈਂਬਰ ਨੇ ਜਦੋਂ ਸਾਈਨ ਕਰਤੇ ਤੇ ਉਸ ਤੋਂ ਬਾਅਦ ਅਗੇਤਰੀ ਸੂਚਨਾ ਦੇਣੀ ਪੈਂਦੀ ਹੈ ਕਿ ਇਹਨੂੰ ਅਧਿਅਕਸ਼ ਨੂੰ, ਜਿਹੜੇ ਵੀ ਸਦਨ ਦੇ ਵਿੱਚ, ਜੇ ਲੋਕ ਸਭਾ ਦੇ ਵਿੱਚ ਸਭਾਪਤੀ ਨੂੰ 14 ਦਿਨ ਪਹਿਲਾਂ ਦੱਸਣਾ ਪਊਗਾ, ਰਾਜ ਸਭਾ ਦੇ ਵਿੱਚ ਤਾਂ ਸਪੀਕਰ ਨੂੰ 14 ਦਿਨ ਪਹਿਲਾਂ ਦੱਸਣਾ ਪਊਗਾ ਵੀ ਅਸੀਂ ਇਹ ਮਤਾ ਪਾਸ ਕਰ ਰਹੇ ਹਾਂਗੇ। ਤੇ ਉਸ ਤੋਂ ਬਾਅਦ ਬਿੱਲ ਹੈ ਜਿਹੜਾ ਉਹ ਹੁਣ ਜਦੋਂ ਸਪੀਕਰ ਨੇ ਮਨਜ਼ੂਰ ਕਰ ਲਿਆ ਜਾਂ ਸਭਾਪਤੀ ਨੇ ਮਨਜ਼ੂਰ ਕਰ ਲਿਆ ਤਾਂ ਉਸ ਤੋਂ ਬਾਅਦ ਇਹ ਅੱਗੇ ਬਹੁਮਤ ਨਾਲ ਪਾਸ ਹੋਣਾ ਜ਼ਰੂਰੀ ਹੈ। ਦੋਨਾਂ ਸਦਨਾਂ ਦੇ ਵਿੱਚ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬਹੁਮਤ ਨਾਲ ਪਾਸ ਹੋਊਗਾ ਤਾਂ ਇਹ ਮੰਨਿਆ ਜਾਊਗਾ, ਅਦਰਵਾਈਜ਼ ਨਹੀਂ। ਤੇ ਉਸ ਤੋਂ ਬਾਅਦ 62 ਦੇ ਵਿੱਚ ਕੀ ਹੈ, ਰਾਸ਼ਟਰਪਤੀ ਦਾ ਅਹੁਦਾ ਖਾਲੀ ਨਹੀਂ ਰਹਿ ਸਕਦਾ। ਜੇਕਰ ਇੱਕ ਰਾਸ਼ਟਰਪਤੀ ਹੱਦ ਰਿਹਾ ਨਾਲ ਦੀ ਨਾਲ ਨਵਾਂ ਵੀ ਨਿਯੁਕਤ ਕਰਨਾ ਜ਼ਰੂਰੀ ਹੈ। ਇਹ ਆਪਾਂ ਨੇ ਜਿਹੜੇ ਇੰਪੋਰਟੈਂਟ ਆਰਟੀਕਲ ਸੀ ਉਹ ਵੇਖ ਲਏ ਨੇ। ਅੱਗੇ ਆਪਾਂ ਦੇਖਦੇ ਹਾਂ ਰਾਸ਼ਟਰਪਤੀ ਦੀ ਚੋਣ
ਲੜਨ ਲਈ ਹੇਠਲੀਆਂ ਯੋਗਤਾਵਾਂ। ਇਹਦੀਆਂ ਯੋਗਤਾਵਾਂ ਕਿਹੜੀਆਂ ਨੇ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਪੁੱਛੀਆਂ ਜਾਂਦੀਆਂ ਨੇ, ਇਹ ਆਪਾਂ ਨੇ ਵੇਖਣੀਆਂ ਨੇ। ਸਭ ਤੋਂ ਪਹਿਲਾਂ ਇੱਕ ਹੀ ਗੱਲ ਹੈ ਕਿ ਉਹ ਭਾਰਤ ਦਾ ਨਾਗਰਿਕ ਹੋਵੇ, ਉਮਰ ਹੈ ਜਿਹੜੀ ਉਹ 35 ਸਾਲ ਹੋਵੇ। ਇੱਥੋਂ ਬਹੁਤ ਸਾਰਾ ਮਤਲਬ ਕਿ ਵਾਰ-ਵਾਰ ਕੁਐਸਚਨ ਬਣਦੇ ਨੇ ਇੱਥੋਂ। ਤੇ ਉਸ ਤੋਂ ਬਾਅਦ ਪਾਗਲ ਜਾਂ ਦਿਵਾਲੀਆ ਨਾ ਹੋਵੇ, ਉਹ ਕਿਸੇ ਸਰਕਾਰੀ ਪਦ ਤੇ ਨਾ ਹੋਵੇ, ਲਾਭਕਾਰੀ ਤੇ ਮਤਲਬ ਕਿ, ਤੇ ਉਸ ਤੋਂ ਬਾਅਦ ਕਾਨੂੰਨੀ ਅਪਰਾਧੀ ਨਾ ਹੋਵੇ। ਇਹ ਜਿਹੜੀਆਂ ਨੇ ਯੋਗਤਾਵਾਂ ਨੇ ਯਾਦ ਰੱਖਣੀਆਂ। ਏਜ ਹੈ ਜਿਹੜੀ, ਇਹਦੇ ਵਿੱਚੋਂ ਬਹੁਤ ਵਾਰੀ ਕੁਐਸਚਨ ਬਣਦੇ ਨੇ, ਇਹ ਇੰਪੋਰਟੈਂਟ ਹੈਗਾ, ਯਾਦ ਰੱਖਣਾ ਇਹਨੂੰ। ਉਸ ਤੋਂ ਬਾਅਦ ਰਾਸ਼ਟਰਪਤੀ ਦੀਆਂ ਆਪਾਤਕਾਲੀਨ ਸ਼ਕਤੀਆਂ ਕਿਹੜੀਆਂ ਨੇ? 352 ਆਰਟੀਕਲ ਦੇ ਵਿੱਚ ਅੰਤਰਰਾਸ਼ਟਰੀ ਸ਼ਕਤੀ, ਤੇ ਉਸ ਤੋਂ ਬਾਅਦ 56 ਦੇ ਵਿੱਚ ਰਾਜਾਂ ਦੇ ਅਧੀਨ, ਤੇ 360 ਦੇ ਵਿੱਚ ਵਿੱਤੀ ਸੰਕਟ। ਤੇ ਉਸ ਤੋਂ ਬਾਅਦ ਆਪਾਂ ਦੇਖਣੇ ਨੇ ਸੰਸਦ ਦੇ ਸੈਸ਼ਨ। ਰਾਸ਼ਟਰਪਤੀ ਦੇ ਨਾਲ ਰਿਲੇਟਡ ਹੈ ਤਾਂ ਆਪਾਂ ਨੂੰ ਇਹ ਵੀ ਪੜ੍ਹਨਾ ਪਊਗਾ। ਤਾਂ ਇਹਦੇ ਵਿੱਚ ਕੀ ਹੈ? ਆਰਟੀਕਲ 108 ਦੇ ਵਿੱਚ ਲੋਕ ਸਭਾ ਰਾਜ ਸਭਾ ਦਾ ਸਾਂਝਾ ਸੈਸ਼ਨ ਹੈ ਜਿਹੜਾ ਉਹ ਕਿਹਦੇ ਦੁਆਰਾ ਬੁਲਾਇਆ ਜਾਂਦਾ? ਰਾਸ਼ਟਰਪਤੀ ਦੇ ਦੁਆਰਾ ਬੁਲਾਇਆ ਜਾਂਦਾ। ਇਹਦਾ ਆਰਟੀਕਲ ਕਿੰਨਾ ਹੈ? 108 ਹੈ। ਪਰ ਪ੍ਰਧਾਨਗੀ ਕੌਣ ਕਰਦਾ? ਲੋਕ ਸਭਾ ਦਾ ਸਪੀਕਰ। ਇਹ ਆਪਾਂ ਨੇ ਪਿੱਛੇ ਵੀ ਦੇਖ ਲਿਆ। ਤੇ ਉਸ ਤੋਂ ਬਾਅਦ ਅੱਗੇ ਦੇਖਣਾ ਆਪਾਂ ਨੇ ਰਾਸ਼ਟਰਪਤੀ 1 ਸਾਲ ਵਿੱਚ 2 ਸੈਸ਼ਨ ਬੁਲਾ ਸਕਦਾ ਹੈ। ਜਿਹੜਾ ਰਾਸ਼ਟਰਪਤੀ ਹੈ 1 ਸਾਲ ਦੇ ਵਿੱਚ 2 ਸੈਸ਼ਨ ਬੁਲਾ ਸਕਦਾ ਹੈ, 6-6 ਮਹੀਨਿਆਂ ਦੇ ਫਰਕ ਨਾਲ। ਤਾਂ ਹੁਣ ਕੀ ਹੈ, ਆਮ ਤੌਰ ਤੇ ਉਹ ਕਿੰਨੇ ਸੈਸ਼ਨ ਬੁਲਾਉਂਦਾ ਹੈ? 3 ਬੁਲਾਉਂਦਾ ਹੈਗਾ। ਕਿਹੜੇ 3 ਸੈਸ਼ਨ ਨੇ? ਬਜਟ ਸੈਸ਼ਨ ਜਨਵਰੀ ਫਰਵਰੀ ਦੇ ਵਿੱਚ, ਮੌਨਸੂਨ ਸੈਸ਼ਨ ਜੁਲਾਈ ਅਗਸਤ ਦੇ ਵਿੱਚ, ਤੇ ਸਰਦੀ ਸੈਸ਼ਨ ਹੈ ਜਿਹੜਾ ਉਹ ਨਵੰਬਰ ਦਸੰਬਰ ਦੇ ਵਿੱਚ ਹੁੰਦਾ ਹੈਗਾ। ਤਾਂ ਹੁਣ ਅੱਗੇ ਦੇਖੋ, ਜਿਹੜਾ ਬਜਟ ਸੈਸ਼ਨ ਹੈ ਆਊਗਾ ਉਹ ਫਰਵਰੀ ਦੇ ਵਿੱਚ ਪੇਸ਼ ਕੀਤਾ ਜਾਊਗਾ। ਤਾਂ ਰਾਸ਼ਟਰਪਤੀ ਦੁਆਰਾ ਇਹ ਸੈਸ਼ਨ ਨੇ ਜਿਹੜੇ ਉਹ ਬੁਲਾਏ ਜਾਂਦੇ ਨੇ। ਸਭ ਤੋਂ ਵੱਡਾ ਸੈਸ਼ਨ ਹੈ ਜਿਹੜਾ ਉਹ ਬਜਟ ਸੈਸ਼ਨ ਹੁੰਦਾ ਹੈਗਾ। ਤਾਂ ਆਪਾਂ ਨੇ ਇਹ ਯਾਦ ਰੱਖਣਾ ਹੈ। ਤੇ ਉਸ ਤੋਂ ਬਾਅਦ ਆਪਾਂ ਅੱਗੇ ਦੇਖ ਲੈਂਦੇ ਹਾਂ ਰਾਸ਼ਟਰਪਤੀ ਦੀਆਂ ਨਿਯੁਕਤੀਆਂ। ਰਾਸ਼ਟਰਪਤੀ ਕਿਸ ਦੀ ਨਿਯੁਕਤੀ ਕਰਦਾ ਹੈ? ਆਪਾਂ ਨੇ ਇਹ ਵੇਖਣੇਗਾ ਕਿਸ ਦੀ ਨਿਯੁਕਤੀ ਕਰਦਾ ਹੈ। ਸਭ ਤੋਂ ਪਹਿਲਾਂ ਦੇਖਦੇ ਹਾਂ 75 ਆਰਟੀਕਲ ਦੇ ਵਿੱਚ ਇਹ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ। ਨਾਲ ਦੀ ਨਾਲ ਆਪਾਂ ਨੇ ਆਰਟੀਕਲ ਵੀ ਲਿਖੇ ਹੋਏ ਨੇ ਤਾਂ ਕਿ ਤੁਹਾਨੂੰ ਯਾਦ ਰਹੇ ਪੇਪਰ ਦੇ ਵਿੱਚ ਜੇ ਅਗਲੇ ਕਦਮ ਨਾਲ ਪ੍ਰਸ਼ਨ ਪੁੱਛਿਆ ਜਾਵੇ। ਤੇ ਉਸ ਤੋਂ ਬਾਅਦ ਅੱਗੇ ਹੈਗਾ ਆਰਟੀਕਲ 124 ਦੇ ਵਿੱਚ। 124 ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਦੀ ਨਿਯੁਕਤੀ ਕਰਦਾ ਹੈ। ਤੇ 217 ਦੇ ਵਿੱਚ ਹਾਈ ਕੋਰਟ ਦੇ ਜੱਜ ਦੀ ਨਿਯੁਕਤੀ ਕਰਦਾ ਹੈ। 155 ਦੇ ਵਿੱਚ ਰਾਜਾਂ ਦੇ ਰਾਜਪਾਲ ਦੀ ਨਿਯੁਕਤੀ ਕਰਦਾ ਹੈ। 148 ਦੇ ਵਿੱਚ ਕੈਗ ਦੀ ਨਿਯੁਕਤੀ ਕਰਦਾ। ਤੇ ਉਸ ਤੋਂ ਬਾਅਦ ਆਰਟੀਕਲ 239 ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲ ਲੈਫਟੀਨੈਂਟ ਗਵਰਨਰ ਹੁੰਦੇ ਨੇ ਜਿਹੜੇ, ਉਹਨਾਂ ਦੀ ਨਿਯੁਕਤੀ ਕਰਦਾ। ਤੇ ਆਰਟੀਕਲ 315 ਦੇ ਵਿੱਚ ਸੰਘ ਲੋਕ ਸੇਵਾ ਆਯੋਗ ਦੀ ਨਿਯੁਕਤੀ। ਤੇ 8 ਦੇ ਵਿੱਚ ਆਰਟੀਕਲ 324 ਦੇ ਵਿੱਚ 324 ਆਰਟੀਕਲ ਦੇ ਵਿੱਚ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ। 345 ਦੇ ਵਿੱਚ ਰਾਜ ਭਾਸ਼ਾ ਆਯੋਗ ਦੀ ਨਿਯੁਕਤੀ। 345 ਦੇ ਵਿੱਚ ਹੁੰਦੀ ਹੈ। ਤੇ ਉਸ ਤੋਂ ਬਾਅਦ 76 ਆਰਟੀਕਲ ਹੈ ਜਿਹੜਾ ਉਹ ਮਹਾਨਿਆਵਾਦੀ ਦੇ ਨਿਯੁਕਤੀ ਵਾਸਤੇ ਹੈ। ਇਹ ਸਾਰੀਆਂ ਨਿਯੁਕਤੀਆਂ ਨੇ ਜਿਹੜੀਆਂ ਉਹ ਰਾਸ਼ਟਰਪਤੀ ਦੁਆਰਾ ਕੀਤੀਆਂ ਜਾਂਦੀਆਂ ਨੇ। ਇਹਨਾਂ ਦੇ ਵਿੱਚੋਂ ਕਿਸੇ 'ਚ ਵੀ ਕਿ ਕੋਈ ਵੀ ਲਾਈਨ ਹੈ ਜਿਹੜੀ ਉਹ ਕੁਐਸਚਨ ਬਣ ਸਕਦੀ ਹੈ। ਜ਼ਰੂਰੀ ਹੋ ਗਿਆ ਹੈਗਾ ਵੀ ਐਜ਼ ਇਟ ਇਜ਼ ਲਾਈਨ ਆਵੇ ਤਾਂ ਥੋੜ੍ਹਾ ਜਿਹਾ ਉਹ ਆਪਣੀ ਭਾਸ਼ਾ ਦੇ ਵਿੱਚ ਲਿਖ ਸਕਦੇ ਨੇਗੇ। ਤੇ ਉਸ ਤੋਂ ਬਾਅਦ ਅੱਗੇ ਜ਼ਰੂਰੀ ਤੱਤ ਨੇ ਜਿਹੜੇ ਉਹ ਦੇਖ ਲੈਂਦੇ ਆ। ਆਰਟੀਕਲ 72 ਹੈ ਜਿਹੜਾ ਉਹ ਕੀ ਹੈ? ਰਾਸ਼ਟਰਪਤੀ ਹੈ ਜਿਹੜਾ ਉਹ ਫਾਂਸੀ ਦੀ ਸਜ਼ਾ ਮਾਫ ਕਰ ਸਕਦਾ ਹੈ। ਇਹ ਅਧਿਕਾਰ ਸਿਰਫ ਤੇ ਸਿਰਫ ਰਾਸ਼ਟਰਪਤੀ ਨੂੰ ਹੈ ਆਰਟੀਕਲ 72 ਦੇ ਅਧੀਨ। 123 ਕਿਹਦੇ ਵਾਸਤੇ ਆਪਾਂ ਨੇ ਦੇਖਣਾ? ਅਧਿਆਦੇਸ਼ ਜਾਰੀ ਕਰਨਾ। ਅਧਿਆਦੇਸ਼ ਜਾਰੀ ਕਰਦਾ ਹੈਗਾ ਰਾਸ਼ਟਰਪਤੀ। ਆਰਟੀਕਲ 143 ਦੇ ਵਿੱਚ ਰਾਸ਼ਟਰਪਤੀ ਜਿਹੜਾ ਸੁਪਰੀਮ ਕੋਰਟ ਦੇ ਜੱਜ ਤੋਂ ਸਲਾਹ ਲੈ ਸਕਦਾ ਹੈਗਾ। ਤੇ ਉਸ ਤੋਂ ਬਾਅਦ ਅੱਗੇ ਹੈਗਾ ਉਪ ਰਾਸ਼ਟਰਪਤੀ ਆਪਾਂ ਨੇ ਦੇਖਣਾ ਹੈਗਾ। ਉਪ ਰਾਸ਼ਟਰਪਤੀ ਦੇ ਵਿੱਚ ਦੇਖ ਲੈਂਦੇ ਆ ਆਰਟੀਕਲ 63 ਦੇ ਵਿੱਚ ਭਾਰਤ ਦਾ ਉਪ ਰਾਸ਼ਟਰਪਤੀ ਹੋਵੇ। 64 ਦੇ ਵਿੱਚ ਇਹਦੇ ਵਿੱਚ ਵੀ ਕੀ ਆਊਗਾ? ਰਾਸ਼ਟਰਪਤੀ ਉਹ ਉਪ ਰਾਸ਼ਟਰਪਤੀ ਮਤਲਬ ਕਿ ਉਪ ਰਾਸ਼ਟਰਪਤੀ ਹੀ ਸੰਸਦ ਦੇ ਰਾਜ ਸਭਾ ਦਾ ਸਭਾਪਤੀ ਹੋਊਗਾ। ਲਓ ਜੀ, ਹੁਣ ਆਪਾਂ ਨੇ ਇਹ ਪਹਿਲਾਂ ਹੀ ਪੜ੍ਹ ਲਿਆ ਸੀਗਾ। 64 ਆਰਟੀਕਲ ਕੀ ਕਹਿੰਦਾ ਹੈ? ਜਿਹੜਾ ਉਪ ਰਾਸ਼ਟਰਪਤੀ ਹੈ ਉਹ ਕੀ ਹੋਊਗਾ? ਸੰਸਦ ਦੇ ਰਾਜ ਸਭਾ ਦਾ ਸਭਾਪਤੀ ਹੋਊਗਾ, ਐਕਸ ਆਫਿਸੋ ਆਪਾਂ ਨੇ ਦੇਖ ਲਿਆ ਸੀਗਾ। ਤੇ ਆਰਟੀਕਲ 65 ਦੇ ਵਿੱਚ ਰਾਸ਼ਟਰਪਤੀ ਦੀ ਅਣਹੋਂਦ ਦੇ ਵਿੱਚ ਉਪ ਰਾਸ਼ਟਰਪਤੀ ਕਾਰਜ ਕਰੂਗਾ। ਤੇ ਉਸ ਤੋਂ ਬਾਅਦ ਆਰਟੀਕਲ 66 ਦੇ ਵਿੱਚ ਕੀ ਹੈ? ਉਪ ਰਾਸ਼ਟਰਪਤੀ ਦੀ ਨਿਯੁਕਤੀ। ਤੇ ਨਿਯੁਕਤੀ ਮੰਡਲ ਕੀ ਹੈ? ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਨੇ ਜਿਹੜੇ ਉਹ ਪਾਰਟਿਸਿਪੇਟ ਕਰਨਗੇ। ਤੇ ਉਸ ਤੋਂ ਬਾਅਦ ਆਰਟੀਕਲ 67 ਦੇ ਵਿੱਚ 5 ਸਾਲ ਕਾਰਜਕਾਲ। 67B ਦੇ ਵਿੱਚ ਮਹਾਦੋਸ਼ ਲਗਾਇਆ ਜਾ ਸਕਦਾ ਤੇ ਹਟਾਉਣ ਵਾਸਤੇ। ਤੇ ਉਸ ਤੋਂ ਬਾਅਦ ਅੱਗੇ ਦੇਖ ਲੈਂਦੇ ਹਾਂ ਉਪ ਰਾਸ਼ਟਰਪਤੀ ਦੀਆਂ ਯੋਗਤਾਵਾਂ ਨੇ ਜਿਹੜੀਆਂ ਉਹ ਕਿਹੜੀਆਂ ਨੇ ਉਪ ਰਾਸ਼ਟਰਪਤੀ ਦੀਆਂ।
ਤਾਂ ਆਰਟੀਕਲ 68 ਦੇ ਵਿੱਚ ਉਪ ਰਾਸ਼ਟਰਪਤੀ ਦਾ ਪਦ ਹੈ ਜਿਹੜਾ ਉਹ ਜਲਦੀ ਭਰਨਾ ਜ਼ਰੂਰੀ ਹੈ 68 ਦੇ ਵਿੱਚ। ਤੇ ਉਸ ਤੋਂ ਬਾਅਦ 68 ਤੋਂ ਬਾਅਦ 69 ਦੇ ਵਿੱਚ ਦੇਖ ਲੈਂਦੇ ਆ, ਉਹ ਉਪ ਰਾਸ਼ਟਰਪਤੀ ਹੈ ਜਿਹੜਾ ਉਹ ਕੀ ਹੈ, ਇਹਨੂੰ ਸਹੁੰ ਚੁਕਾਉਣਾ, ਉਪ ਰਾਸ਼ਟਰਪਤੀ ਨੂੰ ਸਹੁੰ ਚੁਕਾਉਣਾ। ਤੇ 71 ਦੇ ਵਿੱਚ ਕੀ ਹੈ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੋਨਾਂ ਨੂੰ ਕੀ ਹੈ, ਵਾਦ ਵਿਵਾਦ, ਜੇ ਮਤਲਬ ਇਹਨਾਂ ਦੀ ਨਿਯੁਕਤੀ ਦੇ ਸੰਬੰਧੀ ਕੋਈ ਝਗੜਾ ਹੋ ਜੇ ਤਾਂ ਉਹ ਝਗੜਾ ਜਿਹੜਾ ਉਹ ਕਿੱਥੇ ਜਾਂਦਾ ਹੈ, ਕਿਹੜੀ ਅਦਾਲਤ ਦੇ ਵਿੱਚ ਜਾਂਦਾ ਹੈ, ਸਰਵਉੱਚ ਅਦਾਲਤ ਦੇ ਵਿੱਚ ਭੇਜਿਆ ਜਾਂਦਾ ਹੈ। ਤੇ 72 ਆਰਟੀਕਲ ਆਪਾਂ ਨੇ ਦੇਖ ਲਿਆ, ਫਾਂਸੀ ਦੀ ਸਜ਼ਾ ਨੂੰ ਮਾਫ ਕਰਨ ਦੀ ਸ਼ਕਤੀ ਹੈ ਜਿਹੜੀ ਉਹ ਸਿਰਫ ਤੇ ਸਿਰਫ ਭਾਰਤ ਦੇ ਰਾਸ਼ਟਰਪਤੀ ਕੋਲੇ ਹੈ। ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਦੇਖਣਾ ਹੈ ਪ੍ਰਧਾਨ ਮੰਤਰੀ। ਪ੍ਰਧਾਨ ਮੰਤਰੀ ਬਾਰੇ ਆਪਾਂ ਨੇ ਪੜ੍ਹਨਾ ਹੈਗਾ। ਪ੍ਰਧਾਨ ਮੰਤਰੀ ਜਿਹੜਾ ਆਰਟੀਕਲ 74 75 ਦੇ ਵਿੱਚ ਆਉਂਦਾ ਹੈਗਾ। ਆਰਟੀਕਲ 74 ਦੇ ਵਿੱਚ ਕੀ ਹੈ, ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ ਭਾਰਤ ਦੇ ਵਿੱਚ। ਤੇ ਆਰਟੀਕਲ 75 ਕੀ ਕਹਿੰਦਾ ਹੈ, ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ। ਤੇ ਉਸ ਤੋਂ ਬਾਅਦ ਆਰਟੀਕਲ 78 ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਦੇ ਕਾਰਜ ਨੇ ਜਿਹੜੇ ਉਹ ਕਿਹੜੇ ਕਿਹੜੇ ਨੇ, ਇਹਦੇ ਵਿੱਚ ਦੱਸਿਆ ਗਿਆ 78 ਦੇ ਵਿੱਚ। ਉਸ ਤੋਂ ਬਾਅਦ ਅੱਗੇ ਹੈਗੇ ਆ ਮਹਾਨਿਆਵਾਦੀ, ਅਟਾਰਨੀ ਜਨਰਲ, ਠੀਕ ਹੈ, 76 ਦੇ ਵਿੱਚ ਆਉਂਦਾ। ਇਹ ਭਾਰਤ ਦਾ ਪਹਿਲਾ ਕਾਨੂੰਨੀ ਅਧਿਕਾਰੀ ਹੈ ਇਹ। ਤੇ ਉਸ ਤੋਂ ਬਾਅਦ ਅੱਗੇ ਦੇਖ ਲੈਂਦੇ ਆ ਭਾਰਤ ਸਰਕਾਰ ਦਾ ਵਿਧਾਨਿਕ ਸਲਾਹਕਾਰ ਹੈ। ਤੇ ਇਸ ਦਾ ਪਦ ਹੈ ਜਿਹੜਾ ਉਹ ਭਾਰਤ ਦੇ ਮੁੱਖ ਜੱਜ ਦੇ ਬਰਾਬਰ ਹੁੰਦਾ ਹੈਗਾ। ਤੇ ਇਹਦੀ ਨਿਯੁਕਤੀ ਜਿਹੜੀ ਕਿਸ ਦੁਆਰਾ ਕੀਤੀ ਜਾਂਦੀ ਹੈ, ਆਪਾਂ ਨੇ ਪਿੱਛੇ ਵੀ ਦੇਖ ਲਿਆ ਸੀ, ਰਾਸ਼ਟਰਪਤੀ ਦੁਆਰਾ ਇਹਦੀ ਨਿਯੁਕਤੀ ਕੀਤੀ ਜਾਂਦੀ ਹੈ। ਤਾਂ ਹੁਣ ਆਪਾਂ ਨੇ ਇਹ ਟੌਪਿਕ ਹੈ ਜਿਹੜਾ ਉਹ ਪੂਰੇ ਹੀ ਧਿਆਨ ਨਾਲ ਸਮਝ ਲਿਆ ਗਾ। ਇਹਦੇ ਵਿੱਚ ਆਪਾਂ ਨੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਪੜ੍ਹ ਲਏ ਨੇ। ਤਾਂ ਹੁਣ ਥੋੜਾ ਜਿਹਾ ਇੱਥੇ ਨਾ ਇੱਕ ਗੱਲ ਆਪਾਂ ਨੇ ਇਹ ਸਮਝਣੀ ਹੈ ਖਾਲੀ ਪੇਜ ਤੇ, ਜਿਵੇਂ ਕਿ ਦੇਖੋ ਆਪਾਂ ਇੱਥੇ ਲਾਈਨ ਲਾ ਲੈਂਦੇ ਆ, ਇੱਧਰ ਆਪਾਂ ਲਿਖਾਂਗੇ ਸੰਸਦ ਬਾਰੇ। ਕੱਲ ਦੀ ਕਲਾਸ ਵਿੱਚ ਆਪਾਂ ਨੇ ਸੰਸਦ ਬਾਰੇ ਪੜ੍ਹਿਆ ਸੀਗਾ। ਤੇ ਇੱਧਰ ਲਿਖਾਂਗੇ ਆਪਾਂ ਵਿਧਾਨ ਮੰਡਲ, ਕਹਿ ਸਕਦੇ ਇਹਨੂੰ ਵਿਧਾਨ ਮੰਡਲ। ਤੇ ਇਹ ਕੀ ਹੈਗਾ, ਪੂਰੇ ਕੇਂਦਰ ਦਾ। ਤੇ ਇਹ ਕਿੱਥੇ ਹੁੰਦਾ ਹੈ, ਰਾਜਾਂ ਦੇ ਵਿੱਚ ਹੁੰਦਾ ਹੈਗਾ। ਇਹਨਾਂ ਨੂੰ ਜਦੋਂ ਦੋਨਾਂ ਨੂੰ ਆਪਾਂ ਰਿਲੇਟ ਕਰਕੇ ਪੜਾਂਗੇ ਤਾਂ ਜਿਹੜੇ ਪਿਛਲਾ ਟੌਪਿਕ ਆਪਣਾ ਉਹ ਪੂਰੀ ਤਰ੍ਹਾਂ ਕਲੀਅਰ ਹੋ ਜਾਊਗਾ। ਤਾਂ ਹੁਣ ਦੇਖੋ ਸੰਸਦ ਹੈ ਜਿਹੜੀ ਉਹ ਕੀ ਹੁੰਦੀ ਹੈ, ਸੰਸਦ ਦੇ ਵਿੱਚ ਦੋ ਸਦਨ ਹੁੰਦੇ ਨੇ, ਰਾਜ ਸਭਾ ਤੇ ਲੋਕ ਸਭਾ। ਤੇ ਇਧਰੋਂ ਆਪਾਂ ਦੇਖਦੇ ਹਾਂ ਨਾਲ ਦੀ ਨਾਲ ਵਿਧਾਨ ਸਭਾ, ਇਹ ਰਾਜਾਂ ਦੇ ਵਿੱਚ ਹੁੰਦੀ ਹੈ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ। ਇਹ ਆਪਾਂ ਨੇ ਪੜ੍ਹ ਲਿਆ ਸੀ, ਬਸ ਥੋੜੀ ਜਿਹੀ ਆਪਾਂ ਰਿਵੀਜ਼ਨ ਹੀ ਕਰ ਰਹੇ ਹਾਂ। ਇਹ ਸਾਰਿਆਂ ਦੇ ਵਿੱਚ ਹੈ, ਮਤਲਬ ਕਿ ਇਹ ਵਿਧਾਨ ਸਭਾ ਉਹ ਸਾਰੇ ਰਾਜਾਂ ਦੇ ਵਿੱਚ ਹੈ ਤੇ ਇਹ ਸਿਰਫ 6 ਰਾਜਾਂ ਦੇ ਵਿੱਚ ਹੈ। ਕਿਹੜੇ 6 ਰਾਜਾਂ ਦੇ ਵਿੱਚ ਹੈ ਤੁਸੀਂ ਕਮੈਂਟ ਦੇ ਵਿੱਚ ਦੱਸੋਗੇ ਤਾਂ ਤੁਹਾਡੀ ਰਿਵੀਜ਼ਨ ਹੈ ਜਿਹੜੀ ਉਹ ਹੋ ਜੂਗੀ। ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਅੱਗੇ ਦੇਖਣਾ ਹੈ, ਇਹਦੇ ਵਿੱਚ ਆਪਾਂ ਨੇ ਦੋ ਸਦਨ ਕਿਹੜੇ ਕਿਹੜੇ ਦੇਖੇ, ਰਾਜ ਸਭਾ ਤੇ ਲੋਕ ਸਭਾ। ਇਹਦੇ ਵਿੱਚ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਇਹ ਰਾਜਾਂ ਦੇ ਵਿੱਚ ਹੁੰਦੀ ਹੈ। ਤਾਂ ਇੱਥੇ ਦੇਖੋ ਸੈਂਟਰ ਦੇ ਵਿੱਚ, ਕੇਂਦਰ ਦੇ ਵਿੱਚ ਕੌਣ ਹੋਊਗਾ, ਇੱਥੇ ਰਾਸ਼ਟਰਪਤੀ, ਇੱਥੇ ਰਾਸ਼ਟਰਪਤੀ ਹੋਊਗਾ। ਤੇ ਇੱਥੇ ਕੌਣ ਹੋਊਗਾ, ਸੈਂਟਰ ਦੇ ਵਿੱਚ ਮਤਲਬ ਕਿ ਰਾਜਾਂ ਦੇ ਵਿੱਚ ਰਾਜਪਾਲ। ਜੋ ਕੰਮ ਇੱਥੇ ਰਾਸ਼ਟਰਪਤੀ ਦੁਆਰਾ ਹੋ ਰਹੇ ਨੇ ਉਹ ਰਾਜਾਂ ਦੇ ਕੰਮ ਰਾਜਪਾਲ ਦੁਆਰਾ ਹੋਣਗੇ। ਇੱਥੇ ਤੱਕ ਕਲੀਅਰ ਹੋ ਗਿਆ। ਤਾਂ ਆਪਾਂ ਅੱਗੇ ਚੱਲਦੇ ਹਾਂ। ਅੱਗੇ ਆਪਾਂ ਨੇ ਦੇਖਣਾ ਹੈਗਾ ਥੋੜਾ ਜਿਹਾ, ਇੱਥੇ ਆਪਾਂ ਲਿਖ ਲੈਂਦੇ ਹਾਂ ਰਾਸ਼ਟਰਪਤੀ, ਰਾਸ਼ਟਰਪਤੀ ਤੇ ਇੱਧਰ ਆਪਾਂ ਲਿਖ ਲੈਂਦੇ ਹਾਂ ਰਾਜਪਾਲ। ਇਕੱਠਾ ਹੀ ਚੱਲ ਰਿਹਾ, ਮਤਲਬ ਕਿ ਇਸ ਤਰ੍ਹਾਂ ਸਮਝਣਾ ਸੌਖਾ ਹੈ। ਤੇ ਉਸ ਤੋਂ ਬਾਅਦ ਅੱਗੇ ਕੌਣ ਹੁੰਦਾ, ਪ੍ਰਧਾਨ ਮੰਤਰੀ। ਸੈਂਟਰ ਦੇ ਵਿੱਚ ਕੌਣ ਹੋਊਗਾ, ਪ੍ਰਧਾਨ ਮੰਤਰੀ ਹੋਊਗਾ। ਤੇ ਇੱਧਰ ਸਟੇਟਾਂ ਦੇ ਵਿੱਚ ਕੌਣ ਹੋਊਗਾ, ਸਟੇਟਸ ਦੇ ਵਿੱਚ ਮੁੱਖ ਮੰਤਰੀ ਹੋਊਗਾ। ਤੇ ਹੁਣ ਦੇਖੋ ਪ੍ਰਧਾਨ ਮੰਤਰੀ ਜਿਹੜਾ ਉਹ ਇਕੱਲੇ ਕਾਰਜ ਨਹੀਂ ਕਰ ਸਕਦਾ, ਤਾਂ ਇਹਦੇ ਨਾਲ ਕੌਣ ਹੁੰਦੀ ਹੈ, ਮੰਤਰੀ ਪ੍ਰੀਸ਼ਦ ਹੁੰਦੀ ਹੈ, ਮੰਤਰੀ ਪ੍ਰੀਸ਼ਦ ਹੁੰਦੀ ਹੈ। ਤੇ ਨਾਲ ਦੀ ਨਾਲ ਇੱਧਰੋਂ ਵੀ ਮੁੱਖ ਮੰਤਰੀ ਜਿਹੜਾ ਇਕੱਲੇ ਨਹੀਂ ਕੰਮ ਕਰਦਾ, ਇਹਦੇ ਨਾਲ ਵੀ ਕੌਣ ਹੁੰਦੀ ਹੈ, ਮੰਤਰੀ ਪ੍ਰੀਸ਼ਦ, ਕੈਬਨਿਟ ਮੰਤਰੀ ਕਹਿ ਦਿੰਦੇ ਆਪਾਂ। ਤਾਂ ਇਹਦੇ ਵਿੱਚ ਇਹ ਹੁੰਦੀ ਹੈ। ਤਾਂ ਇੱਥੋਂ ਤੱਕ ਕਲੀਅਰ ਹੋ ਗਿਆ। ਤਾਂ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਆਪਾਂ, ਜਿਵੇਂ ਕਿ ਸੁਪਰੀਮ ਕੋਰਟ। ਇਹਦੇ ਵਿੱਚ ਸੁਪਰੀਮ ਕੋਰਟ ਹੁੰਦੀ ਹੈ ਤੇ ਸਟੇਟਾਂ ਦੇ ਵਿੱਚ, ਸਟੇਟਸ ਦੇ ਵਿੱਚ ਹਾਈ ਕੋਰਟਸ ਬਣੀਆਂ ਹੁੰਦੀਆਂ ਨੇ, ਹਾਈ ਕੋਰਟ ਬਣੀਆਂ ਹੁੰਦੀਆਂ ਨੇ।
ਤੇ ਉਸ ਤੋਂ ਬਾਅਦ ਆਪਾਂ ਅੱਗੇ ਦੇਖ ਲੈਂਦੇ ਹਾਂ। ਆਪਣੇ ਇਹਨਾਂ ਦੇ ਆਰਟੀਕਲ ਸੀ ਜਿਹੜੇ ਉਹ ਪੜ੍ਹ ਹੀ ਲਏ ਨੇ। ਉਮੀਦ ਕਰਦੇ ਹਾਂ ਇਹ ਤੁਹਾਨੂੰ ਸਮਝ ਆ ਗਿਆ ਹੋਣਾ, ਕਿਉਂਕਿ ਬਰਾਬਰ ਬਰਾਬਰ ਜਦੋਂ ਆਪਾਂ ਨੇ ਕਰਕੇ ਸਮਝ ਲਏ ਤਾਂ ਇਹ ਕੀ ਹੈ, ਈਜੀ ਹੋ ਜਾਂਦਾ ਥੋੜਾ ਜਿਹਾ ਸਮਝਣਾ। ਤਾਂ ਦੇਖੋ ਇਹਦਾ ਆਰਟੀਕਲ ਕਿੰਨਾ ਸੀਗਾ, ਰਾਜ ਸਭਾ ਦਾ 80 ਤੇ ਲੋਕ ਸਭਾ ਦਾ 81 ਸੀ। ਇਹ ਆਪਾਂ ਨੇ ਕੱਲ ਦੀ ਕਲਾਸ ਦੇ ਵਿੱਚ ਦੇਖ ਲਿਆ ਸੀ, ਕਈ ਵਾਰ ਪੇਪਰ ਦੇ ਵਿੱਚੋਂ ਪੁੱਛਿਆ ਜਾ ਸਕਦਾ। ਤੇ ਰਾਸ਼ਟਰਪਤੀ ਦਾ ਕਿੰਨਾ ਸੀ, 52 ਤੋਂ ਲੈ ਕੇ ਨੇ ਆਪਾਂ ਨੇ ਸਾਰੇ ਅੱਜ ਦੇਖ ਲਏ ਸੀਗੇ। ਤਾਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਮਝ ਆ ਗਿਆ ਹੋਣਾ। ਇਹ ਕਲਾਸ ਕੱਲ ਆਪਣੇ ਵਿੱਚ ਲਗਾ ਦਿੰਦੀ ਜਾਂ ਜ਼ਿਆਦਾ ਵੱਡੀ ਹੋ ਜਾਂਦੀ ਤਾਂ ਆਪਾਂ ਨੇ ਇਹ ਅਲੱਗ ਤੋਂ ਲਾਣੀ ਬੈਟਰ ਸਮਝੀ। ਤਾਂ ਹੁਣ ਦੇਖੋ ਥੋੜਾ ਜਿਹਾ ਆਪਾਂ ਸਿਲੇਬਸ ਦੇਖ ਲਈਏ ਤਾਂ ਆਪਣੇ ਕੋਲ ਸਿਰਫ ਤੇ ਸਿਰਫ 2 ਟੌਪਿਕ ਨੇ ਜਿਹੜੇ ਉਹ ਬਚੇ ਹੋਏ ਨੇ। ਜੁਡੀਸ਼ਰੀ ਦੇ ਵਿੱਚ ਆਪਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਬਾਰੇ ਪੜ੍ਹਨਾ, ਸਾਰੇ ਆਰਟੀਕਲ ਪੜਾਂਗੇ, ਰਿਟਸ ਬਾਰੇ ਪੜਾਂਗੇ। ਤਾਂ ਇਹਦੇ ਵਿੱਚ ਦੇਖੋ ਅਗਲਾ ਟੌਪਿਕ ਹੈ ਜਿਹੜਾ ਇਹਦੇ ਵਿੱਚ ਹੈਗਾ ਸੋਸ਼ਲ ਜਸਟਿਸ, ਮਤਲਬ ਕਿ ਇਹਦਾ ਮਾਰਜਲਾਈਜੇਸ਼ਨ ਪੜਾਂਗੇ। ਇਹਦੇ ਵਿੱਚ ਜੋ ਵੀ ਥੋੜਾ ਮੋਟਾ ਇੰਪੋਰਟੈਂਟ ਹੋਇਆ ਆਪਾਂ ਇਹਦੇ ਵਿੱਚ ਹੀ ਲੈ ਆਵਾਂਗੇ। ਇੱਕੋ ਕਲਾਸ ਕਰਨੀ ਹੈ ਹੁਣ ਆਪਾਂ ਨੇ ਅੱਗੇ, ਸਿਰਫ ਤੇ ਸਿਰਫ ਆਪਣੀ ਇੱਕ ਕਲਾਸ ਰਹਿ ਗਈ। ਤਾਂ ਉਸ ਤੋਂ ਬਾਅਦ ਆਪਣਾ ਜਿਹੜਾ ਪੋਲੀਟੀਕਲ ਦਾ ਟਾਰਗੇਟ ਹੈ ਉਹ ਸਮਾਪਤ ਹੋ ਜਾਊਗਾ। ਫਿਰ ਆਪਾਂ ਤੁਹਾਨੂੰ ਪ੍ਰੈਕਟਿਸ ਕਰਾਵਾਂਗੇ ਵਾਈ ਕੁਐਸਚਨਸ ਲੈ ਕੇ ਆਇਆ ਕਰਾਂਗੇ ਤੇ ਤੁਸੀਂ ਪ੍ਰੈਕਟਿਸ ਕਰਿਆ ਕਰੋਗੇ। ਨਾਲ ਦੀ ਨਾਲ ਜਿਹੜੀ ਤੁਹਾਡੀ ਤਿਆਰੀ ਹੈ ਉਹ ਪਤਾ ਚੱਲਦੀ ਰਹੂਗੀ। ਅੱਜ ਦੀ ਕਲਾਸ ਵਿੱਚ ਆਪਾਂ ਇੰਨਾ ਹੀ ਰੱਖਾਂਗੇ। ਥੈਂਕ ਯੂ ਐਂਡ ਗੋਡ ਬਲੈਸ ਯੂ।